इनकी जो कब्र मुबारक है वो तकरीबन 210 फीट लंबी कब्र मुबारक है और 70 गज लंबा इनका कद मुबारक था। ਹੁਣ ਵੀ ਅਜ਼ਮਾਇਸ਼ ਦੇ ਤੌਰ ਤੇ ਜਿਹੜਾ ਬੰਦਾ ਨਹੀਂ ਮੰਨਦਾ ਉਹ ਫੀਤਾ ਲਾਵੇ, ਫੀਤਾ ਲਿਆ ਕੇ ਇੱਕ ਪਾਸਿਓਂ ਆਪਣੀ ਪਰਮਾਇਸ਼ ਪੂਰੀ ਕਰਦਾ ਲੱਗ ਜਾਏ ਐਂਡ ਤੂੰ ਕਰਦਾ ਇੱਧਰ ਲੱਗ ਜਾਏਗਾ ਜਾਂ ਇੱਧਰ ਵੱਧ ਜਾਏਗੀ ਜਾਂ ਇੱਧਰ ਘਟ ਜਾਏਗੀ। मतलब है अपना कद मुबारक नापन नहीं देंगे। ਜਿਹੜੀਆਂ ਚਾਦਰਾਂ ਚੜੀਆਂ ਨੇ चादर भी ਜਾਂ ਵਧੇਗੀ ਜਾਂ ਘਟੇਗੀ, चादर पूरी नहीं होती। अस्सलाम वालेकुम नाजरीन, मैं हूं आपका मेज़बान हसनात चीमा और आप देख रहे हैं नया पाकिस्तान। नाजरीन, इस वक्त मैं मौजूद हूं गुजरात के नवाही गांव वडीला शरीफ के अंदर और आज यहां पे जिस जगह पे मैं खड़ा हुआ हूं ये दरबार है हज़रत कनबीत अलैहिस्सलाम, जो कि हज़रत आदम अलैहिस्सलाम के बेटे हैं। इनकी कब्र मुबारक जो है ये दरबार, ये आप देख भी सकते हैं अपने कैमरा स्क्रीन पर। इनकी जो कब्र मुबारक है वो तकरीबन 210 फीट लंबी कब्र मुबारक है और 70 गज लंबा इनका कद मुबारक था। और इस कब्र के बारे में आज आपको तारीख़ इनकी बताते हैं कि इनकी तारीख़ क्या है, ये कितना ज़्यादा पुराना दरबार है, कितनी ज़्यादा पुरानी ये कब्र है। ये हज़रत कनबीत अलैहिस्सलाम कब से यहाँ पे थे, ये आखिर इनकी स्टोरी क्या है, ये हम यहाँ पे जो निगरान हैं इस दरबार की जो देखभाल करते हैं उनसे जानने की कोशिश करते हैं। और यहाँ पे मैं आपको इंट्रो में एक और बात बताता चलूँ कि इस कब्र की जो चादर मुबारक है, ये लोग कहते हैं कि हम 70 गज की बजाय 80 गज चादर कपड़ा लेके आते हैं, सालाना तब्दील होती है, लेकिन ये कभी भी चादर मुबारक कब्र के ऊपर पूरी नहीं आई। तो ये जानते हैं एनी शाहिद से और निगरान से, और आप देखते रहिए। ਬਜ਼ੁਰਗੋ, ਮੈਨੂੰ ਇਹ ਦੱਸੋ ਕਿ ਇਹ ਹਜ਼ਰਤ ਕਨਬੀਤ अलैहिस्सलाम ਜਿਹੜੇ ਨੇ ਇਹ ਆਦਮ अलैहिस्सलाम ਦੀ ਕਿਹੜੀ ਨਸਲ ਨੇ? हज़रत आदम अलैहिस्सलाम ਦੇ ਬੇਟੇ ਨੇ। हज़रत आदम अलैहिस्सलाम ਦੇ ਬੇਟੇ ਨੇ ਜੀ। हज़रत कनबीत अलैहिस्सलाम हज़रत आदम अलैहिस्सलाम ਦੇ ਬੇਟੇ ਨੇ। ਇਹ ਮਸ਼ਹੂਰ ਚੀਜ਼ ਮੈਂ ਤੁਹਾਨੂੰ ਦੱਸਾਂਗਾ ਕਿਸ ਤਰ੍ਹਾਂ ਇਹ ਕਬਰ ਜਿਹੜੀ ਹੈ 210 ਫੁੱਟ ਬਣਾਈ ਗਈ। ਇਸ ਕਬਰ ਨੂੰ ਇੱਕ ਗੁਲਿਆਣਾ ਸ਼ਹਿਰ ਹੈ ਖਾਰੀਆਂ ਦੇ ਕੋਲ, ਉੱਥੇ ਦੇ ਇੱਕ ਹਾਫਿਜ਼ ਸਾਹਿਬ ਹੋਏ ਨੇ। ਉਹ ਹਾਫਿਜ਼ ਸਾਹਿਬ ਕਸ਼ਫ ਦਾ ਇਲਮ ਜਾਣਦੇ ਸਨ। ਉਹ ਇਸ ਜਗ੍ਹਾ 'ਤੇ ਦਰਬਾਰ 'ਤੇ ਹਾਜ਼ਰੀ ਦੇਣ ਆਏ ਅਤੇ ਉਹਨਾਂ ਪਿੰਡ ਦੇ ਮੋਹਤਮੀਰਾਂ ਨੂੰ ਜਾਂ ਮਹੱਲੇ ਦੇ ਮੋਹਤਮੀਰਾਂ ਨੂੰ ਬੁਲਾ ਕੇ ਕਿਹਾ, ਪਹਿਲੇ ਕੱਚੀ ਸੀ ਕਬਰ ਅਤੇ 9 ਗਜ਼ ਸੀ। ਉਹਨਾਂ ਕਿਹਾ ਇਹ 9 ਗਜ਼ ਨਹੀਂ ਹੈ ਬਲਕਿ ਇਹ 210 ਫੁੱਟ 70 ਗਜ਼ ਹੈ। ਬੰਦਿਆਂ ਨੇ ਕਿਹਾ ਕਿ ਤੁਸੀਂ ਕੋਈ ਸਬੂਤ ਦਿਓ। ਉਹਨਾਂ ਆਖਿਆ ਮੈਨੂੰ ਕਿਸੇ ਕਬਰਸਤਾਨ ਦੇ 'ਚ ਲੈ ਚਲੋ ਅਤੇ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਕਬਰ ਦੇ 'ਚ ਕੌਣ ਹੈ, ਇਹਦੇ ਨਾਲ ਕੀ ਹੋ ਰਿਹਾ ਹੈ। ਉਸ ਤੋਂ ਬਾਅਦ ਮਤਲਬ ਬੰਦੇ ਮੇਰੇ ਵਾਲਿਦ ਸਾਹਿਬ, ਮੇਰੇ ਹੋਰ ਅਜ਼ੀਜ਼ੋ ਕਾਰਬ ਔਰ ਮੋਹਤਮੀਰ ਬੰਦੇ ਮਹੱਲੇ ਦੇ ਬਲਕਿ ਪਿੰਡ ਦੇ ਗਏ ਉਹਨਾਂ ਹਾਫਿਜ਼ ਸਾਹਿਬ ਨਾਲ। ਪਿੰਡ ਤੋਂ ਪਰਵਤ ਕਬਰਸਤਾਨ ਹੈ, ਉੱਥੇ ਇੱਕ ਕਬਰ ਖੋਦੀ ਸੀ ਪੁਰਾਣੀ। ਤੇ ਪੁੱਛਿਆ ਕਿ ਕਿਹਦੀ ਕਬਰ ਹੈ? ਉਹਨਾਂ ਹਾਫਿਜ਼ ਸਾਹਿਬ ਨੇ ਦੱਸਿਆ ਵੀ ਇਹ ਫਲਾਣਾ ਬੰਦਾ, ਇਹ ਫਲਾਣੇ ਦਾ ਪੁੱਤਰ ਹੈ, ਇਹ ਇਹਦਾ ਨਾਂ ਹੈ, ਇਹ ਦੀ ਕਬਰ ਹੈ। ਫਿਰ ਇੱਕ ਤਾਜ਼ੀ ਕਬਰ ਸੀ ਬੱਚੇ ਦੀ ਉਸੇ ਕਬਰਸਤਾਨ 'ਚ। ਉੱਥੇ ਫਿਰ ਜਾ ਕੇ ਪੁੱਛਿਆ ਹਾਫਿਜ਼ ਸਾਹਿਬ ਨੂੰ ਵੀ ਇਹ ਕਬਰ ਕਿਹਦੀ ਹੈ? ਫਲਾਣੇ ਦੀ ਕਬਰ ਹੈ, ਫਲਾਣੇ ਦਾ ਬੱਚਾ ਹੈ, ਇਹ ਨਾਂ ਇਹਦਾ, ਇਹਦੇ ਨਾਲ ਮਤਲਬ ਫਿਲਹਾਲ ਹੋ ਰਿਹਾ। ਅੱਛਾ, ਉਹ ਦੋ ਤੇ ਉਸ ਕਬਰਸਤਾਨ ਦੇ 'ਚ ਇਮਤਿਹਾਨ ਉਹਨਾਂ ਦੇ ਹੋ ਗਏ। ਫਿਰ ਉੱਥੋਂ ਉਹੀ ਬੰਦੇ ਲੈ ਕੇ ਇਸ ਕਬਰਸਤਾਨ 'ਚ ਆਏ। ਇਸ ਕਬਰਸਤਾਨ 'ਚ ਆ ਕੇ ਅਤੇ ਫਿਰ ਉਹਨਾਂ ਨੂੰ ਇੱਕ ਕਬਰ ਪੁਰਾਣੀ ਜਿਹੜੀ ਉਸ ਦੇ ਤਖਤੀ ਨਹੀਂ ਸੀ ਲੱਗੀ, ਉਹ ਪੁੱਛਿਆ ਵੀ ਇਹ ਕਿਹਦੀ ਕਬਰ ਹੈ? ਉਹਨਾਂ ਨੇ ਦੱਸਿਆ ਫਲਾਣੇ ਦੀ ਕਬਰ ਹੈ, ਫਲਾਣਾ ਇਹਦਾ ਨਾਂ ਹੈ, ਫਲਾਣੇ ਦਾ ਬੇਟਾ ਹੈ। ਅੱਛਾ, ਬਸ ਸਾਨੂੰ ਤਾਂ ਪਤਾ ਸੀ ਕਿ ਕਬਰ ਕਿਹਦੀ ਹੈ। ਹਾਫਿਜ਼ ਸਾਹਿਬ ਨੂੰ ਨਹੀਂ ਪਤਾ। ਹਾਫਿਜ਼ ਸਾਹਿਬ ਨੂੰ ਤਾਂ ਪਤਾ ਕੋਈ ਤਖਤੀ ਨਹੀਂ ਲੱਗੀ ਆ। ਉਹ ਫਿਰ ਉਸ ਤੋਂ ਬਾਅਦ ਇੱਕ ਹੋਰ ਕਬਰ ਜਿਹੜੀ ਤਾਜ਼ੀ ਤਕਰੀਬਨ ਕੋਈ ਹਫ਼ਤਾ ਡੇਢ ਗੁਜ਼ਰਿਆ ਸੀ, ਉਹਦਾ ਪੁੱਛਿਆ ਕਿ ਇਹ ਕਿਹਦੀ ਕਬਰ ਹੈ? ਫਲਾਣੀ ਬੱਚੀ ਦੀ ਕਬਰ ਹੈ, ਫਲਾਣੇ ਦੀ ਬੱਚੀ ਹੈ। ਮਤਲਬ ਉਹ ਇਮਤਿਹਾਨ 'ਚੋਂ ਪਾਸ ਹੋ ਗਏ ਕਿ ਵਾਕਈ ਇਹ ਜਿਹੜੇ ਚੀਜ਼ ਨਹੀਂ ਜਾਣਦੇ ਨੇ। ਫਿਰ ਉਹਨਾਂ ਨੇ ਮਤਲਬ 9 ਗਜ਼ ਦੀ ਬਜਾਏ ਆਖਿਆ 210 ਫੁੱਟ ਹੈ। ਫਿਰ 210 ਫੁੱਟ ਜਿਹੜਾ ਇਹ ਉਸ ਵਕਤ ਇੰਡੀਆ ਪਾਕਿਸਤਾਨ ਮਤਲਬ ਇੱਕ ਸੀ। ਉਸ ਵਕਤ ਹਿੰਦੂ ਵੀ ਇੱਥੇ ਸਨ। ਫਿਰ ਹਿੰਦੂਆਂ ਦੀਆਂ ਜੋਗਾਂ ਕੋਈ ਬੜੀ ਦੀਆਂ ਜੋਗਾਂ ਟਰੈਕਟਰ ਟਰਾਲੀਆਂ ਤਾਂ ਉਸ ਵਕਤ ਆਏ ਕੋਈ ਨਹੀਂ। ਫਿਰ ਉਹ ਸਾਰੇ ਇੱਥੇ ਜਗ੍ਹਾ ਨੂੰ ਪੁੱਟ ਕੇ ਮਿੱਟੀ ਕਰਾਂ ਨਾਲ ਅਤੇ ਕਈਆਂ ਨਾਲ ਇਹ 210 ਫੁੱਟ ਜਿਹੜੀ ਹੈ ਕਬਰ ਮੁਬਾਰਕ ਬਣਾਈ ਗਈ। ਕੱਚੀ 210 ਫੁੱਟ ਬਣਾਈ ਗਈ। ਦੁਨੀਆ ਆਉਂਦੀ ਰਹੀ, ਅਕੀਦਤਮੰਦ ਆਉਂਦੇ ਰਹੇ, ਇਸਲਾਮ ਕਰਦੇ, ਆਪਣੀ ਹਾਜਤ ਰਵਾਈ ਪੂਰੀ ਕਰਦੇ ਰਹੇ ਨੇ। ਫਿਰ ਹਜ਼ਰਤ ਨੈਤ ਮੌਲਾ ਹਾਜੀ ਹੋਏ ਨੇ ਹੰਜ ਪੱਧਰ ਖਾਰੀਆਂ ਦੇ ਕੋਲ ਰਹਿਣ ਵਾਲੇ ਨੇ, ਜਿਹੜੇ ਕਿ ਇੰਗਲੈਂਡ ਦੇ ਵਿੱਚ ਕੋਈ ਸਰਵਿਸ ਕਰਦੇ ਸਨ। ਅਤੇ ਉੱਥੋਂ ਉਹਨਾਂ ਨੂੰ ਕੋਈ ਹੁਕਮ ਹੋਇਆ ਅਤੇ ਉਹਨਾਂ ਨੇ ਆ ਕੇ ਇਸ ਕਬਰਸਤਾਨ ਦੇ ਵਿੱਚ ਉਹਨਾਂ ਨੇ ਆ ਕੇ ਇਹ ਦਰਬਾਰ ਸ਼ਰੀਫ ਦਾ ਜਿੰਨਾ ਵੀ ਹੈ ਲੈਂਟਰ ਪਵਾਇਆ, ਇਹ ਸਾਰੀਆਂ ਦੀਵਾਰਾਂ ਬਣਾਈਆਂ ਨੇ, ਸਾਰਾ ਕੁਝ ਜੋ ਕਾਰਵਾਈ ਹੋਈ ਹੈ ਉਹ ਹਜ਼ਰਤ ਨੈਤ ਮੌਲਾ ਸਾਹਿਬ ਜਿਨ੍ਹਾਂ ਦੀ ਕਬਰ ਜਿਹੜੀ ਹੈ ਇਹਨਾਂ ਦੇ ਪੈਰਾਂ ਦੇ ਵਿੱਚ ਲਗਵਾਈ ਗਈ ਹੈ।
ਉਹਨਾਂ ਨੇ ਇਹ ਸਾਰਾ ਖਰਚ ਕਰਕੇ ਤੇ ਇਹ ਹਿੰਮਤ ਕੀਤੀ ਹੈ ਤੇ ਉਹ ਮਤਲਬ ਇੰਗਲੈਂਡ ਤੋਂ ਬਜ਼ੁਰਗੋ ਮੈਨੂੰ ਇਹ ਦੱਸੋ ਕਿ ਹਜ਼ਰਤ ਕਨਬੀਤ ਅਲੈਹਿਸਲਾਮ ਜਿਹੜੇ ਹਜ਼ਰਤ ਆਦਮ ਅਲੈਹਿਸਲਾਮ ਦੇ ਬੇਟੇ ਨੇ, ਇਹਨਾਂ ਦੇ ਬਾਰੇ ਇਹ ਵੀ ਸੁਣਨ ਚ ਆਇਆ ਹੈ ਕਿ ਇਹਨਾਂ ਦੀ ਜਿਹੜੀ ਕਬਰ ਮੁਬਾਰਕ ਹੈ ਉਹਦੇ ਉੱਤੇ ਜਿਹੜੀ ਚਾਦਰ ਮੁਬਾਰਕ, नाज़रीन मैं आपको ये भी बताता चलूँ कि उसके ऊपर जो चादर मुबारक डाली जाती है 70 गज़, ये बाबा जी भी आपको बताते हैं 70 गज़ चादर पैमाइश करके 80 गज़ लेके आते हैं। पूरे गाँव वाले इस बात की गवाही देते हैं। लेकिन जब कब्र के ऊपर चादर को चढ़ाया जाता है तो वो 70 गज़ जो 80 गज़ चादर लेके आते हैं वो भी कम पड़ जाती है। तो बाबा जी ये क्या बात ਇੱਕ है? ਮਿੰਟ, ਕਬਰ ਕਦੇ ਚਾਦਰ ਵੱਡੀ ਹੋ ਜਾਂਦੀ ਹੈ, ਕਦੇ ਚਾਦਰ ਛੋਟੀ। ਚਾਦਰ ਪਈਆਂ ਨੇ ਉੱਤੇ, ਉਹ ਕੋਈ ਚਾਦਰ ਜਿਹੜੀ 6 ਗਜ਼ ਘੱਟ ਹੈ, ਕੋਈ ਚਾਦਰ 10 ਗਜ਼ ਘੱਟ ਹੈ, ਕੋਈ ਚਾਦਰ 5 ਗਜ਼ ਵੱਧ ਹੈ। ਇਹ ਤੁਸੀਂ ਤੱਕਿਆ ਵਗਾ ਐਂਡ ਤੇ ਚਾਦਰਾਂ ਦੇ ਟੁਕੜੇ ਬਣੇ ਪਏ ਨੇ। मुकम्मल कोई चादर ਫਿਰ ਚਾਦਰ ਤੋਂ ਇਲਾਵਾ ਬੰਦੇ ਆਏ ਨੇ ਜਿਨ੍ਹਾਂ ਫੀਤੇ ਨਾਲ ਚਾਕ ਨਾਲ ਨਿਸ਼ਾਨ ਲਾਏ ਨੇ ਫੁੱਟ ਤੇ ਵੇ 210 ਫੁੱਟ। ਉਹ ਇੱਧਰੋਂ ਮਿਣਦੇ ਜਾਣਗੇ ਤਾਂ ਉਧਰ ਵੱਧ ਜਾਏਗਾ, ਉਧਰੋਂ ਮਿਣਦੇ ਜਾਣਗੇ ਤਾਂ ਇੱਧਰ ਘਟ ਜਾਏਗਾ। ਹੁਣ ਵੀ ਅਜ਼ਮਾਇਸ਼ ਦੇ ਤੌਰ ਤੇ ਜਿਹੜਾ ਬੰਦਾ ਨਹੀਂ ਮੰਨਦਾ ਉਹ ਫੀਤਾ ਲੈ ਆਵੇ, ਫੀਤਾ ਲਿਆ ਕੇ ਇੱਕ ਪਾਸਿਓਂ ਆਪਣੀ ਪੈਮਾਇਸ਼ ਪੂਰੀ ਕਰਦਾ ਲੱਗ ਜਾਏ ਐਂਡ ਤੇ, ਐਂਡ ਤੋਂ ਕਰਦਾ ਇੱਧਰ ਲੱਗ ਜਾਏਗਾ, ਜਾਂ ਇੱਧਰ ਵੱਧ ਜਾਏਗੀ ਜਾਂ ਇੱਧਰ ਘਟ ਜਾਏਗੀ। ਮਤਲਬ ਆਪਣਾ ਕਦ ਮੁਬਾਰਕ ਨਾਪਣ ਨਹੀਂ ਦਿੰਦੇ। ਜਿਹੜੀਆਂ ਚਾਦਰਾਂ ਚੜ੍ਹੀਆਂ ਨੇ, ਚਾਦਰ ਵੀ ਜਾਂ ਵਧੇਗੀ ਜਾਂ ਘਟੇਗੀ, ਚਾਦਰ ਪੂਰੀ ਨਹੀਂ ਹੁੰਦੀ। ਸਾਲਾਨਾ ਅਸੀਂ ਚਾਦਰ ਉਸ ਮੁਬਾਰਕ ਚਾੜ੍ਹਨੇ ਆ 29 ਸਤੰਬਰ ਨੂੰ ਸਾਲਾਨਾ, ਔਰ ਚਾਦਰ ਚੜ੍ਹਾਉਂਦੇ ਆ। ਉਸ ਬਾਅਦ ਅਕੀਦੇ ਮੰਗਾਉਂਦੇ ਨੇ ਆ ਕੇ, ਤੇ ਮਤਲਬ ਜੇ ਘਟ ਜਾਏ ਤਾਂ ਫਿਰ ਵੀ ਦੁਆ ਮੰਗ ਕੇ ਚਾਹਨੇ ਬਈ ਇੱਥੇ ਅਕੀਦਤਮੰਦ ਵੀ ਆਉਂਦੇ ਨੇ, ਉਹਨਾਂ ਦੀਆਂ ਅਕੀਦਤਾਂ ਵੀ ਪੂਰੀਆਂ ਹੁੰਦੀਆਂ ਨੇ। ਬੇਬਹਾ ਦੁਨੀਆ ਆਉਂਦੀ ਹੈ, ਸਰਗੀ ਦੁਨੀਆ ਸ਼ੁਰੂ ਹੋ ਜਾਂਦੀ ਹੈ ਹੁਣ, ਤੇ ਸਾਰਾ ਦਿਨ ਰਾਤ ਕੋਈ ਨਿਆਜ਼ ਲਿਆਉਂਦਾ ਪਿਆ, ਕੋਈ ਦੇਗਾ ਲਿਆਉਂਦਾ ਪਿਆ, ਕੋਈ ਮਿਠਾਈ ਦੇ ਡੱਬੇ ਪੈ, ਜੋ ਕਿਸੇ ਨੂੰ ਹੈ ਆਉਂਦੇ ਜਾਂਦੇ ਨੇ, ਸਲਾਮ ਕਰਦੇ ਨੇ, ਖਤਮ ਪੜ੍ਹਦੇ ਨੇ, ਖਤਮ ਪੜ੍ਹ ਕੇ ਵੰਡਦੇ ਲੱਗੇ ਜਾਂਦੇ ਨੇ। ਇੱਥੋਂ ਲਾਹੌਰ ਸ਼ਰੀਫ ਤੋਂ ਆਉਂਦੇ ਜੇ ਇੱਕ ਮੇਵਾ ਮੰਡੀ ਹੈ, ਫਰੂਟ ਮੰਡੀ, ਉਹਦੇ ਵਿੱਚੋਂ, ਔਰ ਉਹ ਆ ਕੇ ਤਕਰੀਬਨ 15-20 ਦੇਗਾਂ ਵੱਡੀਆਂ ਦੇਗਾਂ ਲਿਆ ਕੇ, ਤੇ ਉਹ ਕਦੇ ਮਹੀਨੇ ਬਾਅਦ ਆ ਜਾਂਦੇ, ਕਦੇ 20 ਦਿਨ ਬਾਅਦ ਆ ਜਾਂਦੇ, ਕਦੇ 10 ਦਿਨ ਬਾਅਦ ਆ ਜਾਂਦੇ ਨੇ। ਆ ਕੇ ਖਵਾ ਪਿਆ ਕੇ ਤੇ ਘਰ ਚਲੇ ਜਾਂਦੇ ਨੇ। ਆਪਣੀਆਂ ਉਹਨਾਂ ਦੀਆਂ ਮੰਨਤਾਂ ਪੂਰੀਆਂ ਹੋਈਆਂ ਨੇ, ਅੱਲਾ ਦੀ ਜ਼ਾਤ ਉਹਨਾਂ ਨੂੰ ਸ਼ਫਾ ਦਿੰਦੀ ਹੈ, ਔਰ ਇਸੇ ਸਦਕੇ ਕਰਮ ਵਾਲੇ ਨੇ। ਔਰ ਇਹ ਫਿਰ ਕਿ ਜਿਹੜਾ ਹੈ ਨਾ, ਇਹ ਦਰਬਾਰ ਦੇ ਬਾਰੇ 'ਚ ਕਿਤਾਬ ਬਣੀ ਹੈ, ਔਰ ਉਹ ਕਿਤਾਬ ਛਪੀ ਹੈ ਜਿਹਦੇ 'ਚ ਲਿਖਿਆ, ਮਤਲਬ ਇੱਕ ਵਕੀਲ ਹੋਏ ਨੇ ਬੜੀਲਾ ਸ਼ਰੀਫ ਦੇ, ਗੁਜਰਾਤ ਮਤਲਬ ਵਕੀਲ ਹੋਏ ਨੇ, ਉਹਨਾਂ ਨੇ ਕਿਤਾਬ ਲਿਖੀ ਹੈ ਸਾਰੀ ਸਵਾਨਿਆ ਉਮਰੀ, ਵੀ ਕਿਸ ਤਰ੍ਹਾਂ ਇਹ ਸਰਕਾਰ ਦਾ ਨਾਂ ਪੀ ਸੱਚਾ ਪਿਆ, ਕਿਸ ਤਰ੍ਹਾਂ ਹਜ਼ਰਤ ਕਨਬੀਤ ਅਲੈਹਿਸਲਾਮ ਜਿਹੜੇ ਦੁਨੀਆ 'ਤੇ ਮਤਲਬ ਆਏ ਨੇ ਔਰ ਕਿਹਦੇ ਬੇਟੇ ਨੇ। ਉਹਨਾਂ ਨੇ ਦੱਸਿਆ ਕਿ ਇਹ ਕਾਰਵਾਈ ਜੋ ਕੁਝ ਵੀ ਆਏ 210 ਫੁੱਟ ਹੈ, ਬਲਕਿ ਘੱਟ ਵੱਧ ਨਹੀਂ ਹੈ। जी नाज़रीन, ये आपने ऐनी शाहिद से भी हमने जानने की कोशिश की है, और ये जो बुज़ुर्ग हैं ये यहाँ पे निगरान हैं, इन्होंने अपनी ज़ुबानी बताया है। और बहुत सारे लोग ऐसे हैं जो ये बताते हैं कि बहुत पुरानी कब्र है और इनकी तारीख़ कोई जानता ही नहीं है। और ख़ास बात यहाँ पे ये है कि इनकी कब्र 70 गज़ यानी 210 फीट लंबी है, लंबाई में है। और जो भी कोई चादर यहाँ चढ़ाने आता है, साल बाद चादर तब्दील की जा। जी नाज़रीन, ये मेरे साथ इस दरबार के बुज़ुर्ग निगरान भी मौजूद थे। हमने इनसे जानने की भी कोशिश की है कि आखिर ये दरबार जो है हज़रत आदम अलैहिस्सलाम के जो बेटे हैं हज़रत कनबीत अलैहिस्सलाम उर्फ़ अलमरूफ सच्चा पीर, ये उनका दरबार है। यहाँ पे ख़ास बात यह है कि उनका कद मुबारक जो था वो तकरीबन कहा यह जाता है कि 210 फीट लंबा था, इतनी बुलंदी पे वो थे। और ये उनकी जो कब्र मुबारक, ये आप अपनी कैमरा स्क्रीन पर भी देख सकते हैं, ये कब्र मुबारक 70 गज़ लंबी कब्र मुबारक है। और इसकी ख़ास बात यह है कि इस कब्र मुबारक पे जो चादर चढ़ाई जाती है, जो सालाना तब्दील की जाती है, इस चादर का कपड़ा ये पूरा गाँव ये बताता है कि हम 70 गज़ की बजाय 80 गज़ कपड़ा लेके आते हैं और उसकी पैमाइश करते हैं। वो 80 गज़ कपड़ा होता है, लेकिन जब हम कब्र मुबारक के ऊपर वो चादर चढ़ाते हैं तो वो कपड़ा कम पड़ जाता है, कभी ज़्यादा पड़ जाता है, तो वो कपड़ा पूरा आता ही नहीं है। तो हमने गाँव वालों से भी बात की है, इनकी तारीख़ कोई नहीं जानता कि ये कब से यहाँ पे कब्र मुबारक मौजूद है और ये कितनी ज़्यादा पुरानी कब्र है। तो आज हमने ये आपसे अलमरूफ सच्चा पीर हज़रत कनबीत अलैहिस्सलाम जो कि बेटे हैं हज़रत आदम अलैहिस्सलाम के, इनकी स्टोरी आपसे शेयर किया। उम्मीद है आपको पसंद आई होगी। इसी के साथ मुझे हसनात चीमा को गुजरात के नवाही गाँव वडीला शरीफ से इजाज़त दीजिए। देखते रहिए नया पाकिस्तान। अल्लाह ने के